ਰਾਜ ਗਿੱਲ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਕੱਲ੍ਹ ਤੁਹਾਡੀ ਆਡੀਓ ਸੁਣੀ। ਤੁਸੀਂ ਫਰਮਾਇਆ ਕਿ ਪਰਮਾਤਮਾ ਹੀ ਸਭ ਨੂੰ ਚਲਾ ਰਿਹਾ ਹੈ, ਪਰ ਵਿਚਾਰ ਲਹਿਦਾ ਲਹਿਦਾ ਹਨ। ਪ੍ਰਸ਼ਨ ਹੈ ਕਿ ਕੀ ਵਿਚਾਰ ਸਾਡੇ ਹੱਥ ਵੱਸ ਹਨ, ਜਾਂ ਵਿਚਾਰ ਵੀ ਪਰਮਾਤਮਾ ਹੀ ਦੇ ਰਿਹਾ ਹੈ? ਜੋ ਸਾਡੇ ਕਰਮ ਬਣਦੇ ਹਨ, ਸਾਡੇ ਹੱਥ ਵੀ ਕੁਝ ਹੈ ਜਾਂ ਨਹੀਂ? ਕਿਰਪਾ ਕਰਕੇ ਸਮਝਾਓ ਜੀ। ਜਿਨ੍ਹਾਂ ਨੇ ਜਾਣਿਆ ਹੈ ਉਸ ਇੱਕ ਨੂੰ, ਜਿਨ੍ਹਾਂ ਨੇ ਜਾਣਿਆ ਹੈ ਅਦਵੈਤ ਨੂੰ, ਉਹ ਤੇ ਵਾਸਤਵਿਕ ਦੇ ਵਿੱਚ ਜਾਣਦੇ ਹਨ ਵੀ ਇੱਥੇ ਦੋ ਨਹੀਂ ਹਨ। ਪਰ ਜਿਨ੍ਹਾਂ ਨੂੰ ਉਹ ਸਮਝਾਉਂਦੇ ਹਨ, ਦੱਸਦੇ ਹਨ, ਉਹ ਦਵੈਤ ਦੇ ਵਿੱਚ ਖੜੇ ਹਨ। ਤੇ ਜਿਹੜੇ ਦਵੈਤ ਦੇ ਵਿੱਚ ਖੜੇ ਹਨ, ਉਹਨਾਂ ਨੂੰ ਦਵੈਤ ਦੇ ਵਿੱਚੋਂ ਕੱਢਣ ਵਾਸਤੇ ਉਹ ਦੋਵੇਂ ਗੱਲਾਂ ਹੀ ਕਹਿੰਦੇ ਹਨ। ਦੋਵੇਂ ਪੱਖ ਦਾ ਹੀ ਉਪਦੇਸ਼ ਦਿੰਦੇ ਹਨ। ਪਹਿਲਾ ਪੱਖ ਗਿਆਨ ਦਾ ਹੈ, ਧਿਆਨ ਦਾ ਹੈ, ਸ਼ਰਮ ਦਾ ਹੈ, ਯੋਗ ਦਾ ਹੈ, ਜਿਹਦੇ ਵਿੱਚ ਕਿਹਾ ਜਾਂਦਾ ਹੈ ਵੀ ਤੁਸੀਂ ਕੁਝ ਕਰ ਸਕਦੇ ਹੋ। ਜਿਵੇਂ ਜੈਨੀਆਂ ਦਾ ਮਾਰਗ ਹੈ ਜਾਂ ਬੋਧੀਆਂ ਦਾ, ਜਿੱਥੇ ਸ਼ਰਮ ਦਾ ਮਾਰਗ, ਤਪੱਸਰਿਆ ਦਾ ਮਾਰਗ, ਵੀ ਕੁਛ ਕਰਕੇ ਪਾ ਸਕਦੇ ਹਾਂ। ਜਿਵੇਂ ਤੁਸੀਂ ਸੋਚਦੇ ਹੋ ਅਸੀਂ ਧਨ ਪਾ ਸਕਦੇ ਹਾਂ ਕਰਕੇ, ਅਗਰ ਤੁਹਾਡੇ ਵੱਸ ਵਿੱਚ ਹੈ ਤਾਂ ਹੀ ਕਮਾ ਰਹੇ ਹੋ ਨਾ। ਜੇ ਵੱਸ ਵਿੱਚ ਹੋਵੇ ਨਾ ਤਾਂ ਕਮਾਓ ਹੀ ਨਾ। ਫਿਰ ਲੋੜ ਕੀ ਹੈ ਡਿਊਟੀ 'ਤੇ ਜਾਣ ਦੀ, ਧਨ ਕਮਾਉਣ ਦੀ? ਫਿਰ ਤੁਸੀਂ ਕਹੋ ਸਾਡੇ ਵੱਸ ਵਿੱਚ ਨਹੀਂ, ਘਰ ਬੈਠੋ। ਤੁਹਾਡੇ ਵੱਸ ਵਿੱਚ ਹੈ, ਤੁਸੀਂ ਪਰਵਿਸ਼ ਕਰਦੇ ਹੋ, ਜੋ ਵੱਸ ਵਿੱਚ ਹੈ ਉਹ ਕਰਦੇ ਹੋ। ਅਤੇ ਆਦਮੀ ਸੰਸਾਰਿਕ ਸੋਚਦਾ ਹੀ ਹੈ। ਜ਼ਿਆਦਾਤਰ ਸੰਸਾਰ ਵਿੱਚ ਕਿਹਾ ਵੀ ਜਾਂਦਾ ਹੈ ਵੀ ਆਦਮੀ ਕੀ ਨਹੀਂ ਕਰ ਸਕਦਾ ਹੈ, ਜੋ ਚਾਹੇ ਉਹ ਪਾ ਸਕਦਾ ਹੈ, ਜੋ ਚਾਹੇ ਉਹ ਹੋ ਸਕਦਾ ਹੈ। ਅਤੇ ਜਿਨ੍ਹਾਂ ਦਾ ਐਸਾ ਖਿਆਲ ਹੈ ਵੀ ਮੈਂ ਕੁਛ ਕਰ ਸਕਦਾ, ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਤੁਸੀਂ ਇਹ ਸੰਸਾਰ ਵੱਲੋਂ ਵਿਪਰੀਤ ਯਾਤਰਾ ਵੀ ਕਰ ਸਕਦੇ ਹੋ। ਤੁਸੀਂ ਸੰਸਾਰ ਨਾਲ ਜੁੜੇ ਹੋਏ ਹੋ ਤਾਂ ਸੰਸਾਰ ਨਾਲੋਂ ਵਿਯੋਗ ਕਰਕੇ ਪਰਮਾਤਮਾ ਦੇ ਨਾਲ ਯੋਗ ਵੀ ਕਰ ਸਕਦੇ ਹੋ। ਉਹਨਾਂ ਨੂੰ ਹੀ ਯੋਗੀ ਕਿਹਾ ਹੈ। ਧਿਆਨ ਹਟਾ ਸਕਦੇ ਹੋ ਸੰਸਾਰ ਨਾਲੋਂ, ਪਰਮਾਤਮਾ ਨਾਲ ਧਿਆਨ ਜੋੜ ਸਕਦੇ ਹੋ। ਅਤੇ ਜਿਹੜੇ ਪ੍ਰੇਮ ਦੇ ਮਾਰਗ 'ਤੇ ਚੱਲਣ ਵਾਲੇ ਹਨ, ਪ੍ਰੇਮੀ, ਸ਼ਰਧਾਲੂ, ਸ਼ਰਧਾਵਾਨ ਭਗਤ ਕਹਿ ਲਈਏ, ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਹਾਡੇ ਵੱਸ ਵਿੱਚ ਕੁਝ ਵੀ ਨਹੀਂ ਹੈ, ਤੁਸੀਂ ਕੁਝ ਕਰ ਨਹੀਂ ਸਕਦੇ ਹੋ।
ਸਭ ਕੁਛ ਪਰਮਾਤਮਾ ਕਰ ਰਿਹਾ ਹੈ। ਹੁਣ ਪਰਮਾਤਮਾ ਦੇ ਹੱਥ ਵਿੱਚ ਸਭ ਕੁਛ ਦੇਣਾ ਤਾਂ ਕਠਿਨ ਹੈ, ਕਿਉਂਕਿ ਉਹਦੀ ਤਾਂ ਸਮਝ ਨਹੀਂ ਆਉਂਦੀ ਹੈ, ਪਤਾ ਨਹੀਂ ਲੱਗਦਾ ਹੈ। ਇਸ ਕਾਰਨ ਉਹ ਫਿਰ ਗੁਰੂ ਨੂੰ ਸਮਰਪਿਤ ਹੁੰਦੇ ਹਨ। ਉਹ ਕਹਿੰਦੇ ਹਨ ਵੀ ਅਸੀਂ ਕੁਛ ਨਹੀਂ ਕਰ ਸਕਦੇ, ਸਾਡੇ ਹੱਥ ਵਿੱਚ ਕੁਛ ਨਹੀਂ ਹੈ, ਸਾਡੇ ਕੋਲ ਕਰਵਾ ਰਿਹਾ ਹੈ ਕੋਈ। ਸਾਨੂੰ ਕੋਈ ਪ੍ਰੇਰ ਰਿਹਾ ਹੈ, ਰੋਜ਼ ਕੋਈ ਦੱਸ ਰਿਹਾ ਹੈ, ਉਪਦੇਸ਼ ਦੇ ਰਿਹਾ ਹੈ ਅਤੇ ਆਪਣੇ ਵੱਲ ਖਿੱਚ ਰਿਹਾ ਹੈ। ਸਾਡੇ ਹੱਥ ਵਿੱਚ ਨਹੀਂ ਹੈ ਕੁਝ ਵੀ, ਅਸੀਂ ਨਹੀਂ ਕੁਛ ਕਰ ਸਕਦੇ। ਉਹ ਆਪੇ ਹੀ ਖਿੱਚ ਰਿਹਾ ਹੈ ਸੰਸਾਰ ਵੱਲੋਂ ਵਾਪਸ। ਭਾਵੇਂ ਭਗਤ ਸਾਧਕ ਪ੍ਰੇਮੀ ਕੋਸ਼ਿਸ਼ ਵੀ ਕਰਦਾ ਹੈ ਸੰਸਾਰ ਤੋਂ ਛੁੱਟਣ ਦੀ, ਤਾਂ ਵੀ ਉਹ ਇਹ ਕਹਿ ਰਿਹਾ ਹੈ ਵੀ ਮੇਰੀ ਕੋਸ਼ਿਸ਼ ਦੁਆਰਾ ਮੈਂ ਨਹੀਂ ਛੁੱਟ ਸਕਦਾ ਹਾਂ। ਇਹ ਤਾਂ ਗੁਰੂ ਕਿਰਪਾ, ਗੁਰ ਪ੍ਰਸਾਦ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੀ, ਕਿਹਾ ਹੈ ਨਾ। ਤੋ ਕਹਿੰਦਾ ਹੈ ਗੁਰੂ ਦੀ ਕਿਰਪਾ। ਦੁਬਾਰਾ ਹੀ ਮੈਂ ਚੱਲ ਰਿਹਾ ਹਾਂ, ਮੈਂ ਕਰ ਰਿਹਾ ਹਾਂ, ਜੋ ਕੁਛ ਹੋ ਰਿਹਾ ਹੈ ਉਹਦੀ ਕਿਰਪਾ ਦੁਬਾਰਾ, ਮੇਰੇ ਹੱਥ ਵਿੱਚ ਥੋੜ੍ਹੀ ਹੈ। ਪਰ ਜਿਹੜਾ ਇਹ ਅਧਿਆਤਮਿਕ ਉਪਦੇਸ਼ ਹੈ ਨਾ, ਇਹ ਸੰਸਾਰੀਆਂ ਦੀ ਸਮਝ ਵਿੱਚ ਨਹੀਂ ਆਉਂਦਾ ਹੈ। ਉਹਦਾ ਇਹੋ ਹੀ ਜ਼ਿਆਦਾ ਵੱਡਾ ਮੁੱਖ ਕਾਰਨ ਹੈ, ਕਿਉਂਕਿ ਜਿਹੜਾ ਸੰਸਾਰਿਕ ਬੁੱਧੀ ਰੱਖਣ ਵਾਲਾ ਹੈ, ਬੁੱਧੀਜੀਵੀ ਸਮਝਦਾਰ, ਉਹ ਕਹਿੰਦਾ ਇਹ ਬੇਵਕੂਫ ਵਾਲੀਆਂ ਗੱਲਾਂ ਕਰਦੇ ਹਨ ਅਧਿਆਤਮਵਾਦੀ। ਵੀ ਕਦੇ ਕਹਿ ਦਿੰਦੇ ਹਨ ਵੀ ਤੁਸੀਂ ਕੁਛ ਕਰੋਗੇ ਨਹੀਂ ਤਾਂ ਹੋਵੇਗਾ ਨਹੀਂ, ਕਰੋ ਤਾਂ ਹੀ ਹੋਵੇਗਾ। ਅਤੇ ਕਰਨ ਵਾਸਤੇ ਕਹਿੰਦੇ ਹਨ ਹੱਥ ਪਾਵ ਕਰ ਕਾਮ ਸਭ ਚਿੱਤ ਨਿਰੰਜਨ ਨਾਲ, ਇਹ ਕਰਨਾ ਹੀ ਹੋਇਆ ਵੀ ਕਰੋ, ਚਿੰਤਨ ਕਰੋ, ਸਿਮਰਨ ਕਰੋ, ਯਾਦ ਕਰੋ ਰੱਬ ਨੂੰ। ਕਿੰਨੀ ਵਾਰ ਕਿਹਾ ਹੈ, ਕਰਨ ਤੋਂ ਬਿਨਾਂ ਥੋੜ੍ਹੀ ਹੋਵੇਗਾ। ਕਰਮ ਕਰੋ, ਸ਼ੁਭ ਕਰਮ ਕਰੋ, ਸੇਵਾ ਕਰੋ। ਅਤੇ ਦੂਸਰੇ ਪਾਸੇ ਇਹ ਕਹੀ ਜਾਂਦੇ ਹਨ ਵੀ ਤੁਹਾਡੇ ਕੀਤਿਆਂ ਕੁਝ ਵੀ ਨਹੀਂ ਹੋਣਾ ਹੈ, ਤੁਸੀਂ ਕਰ ਨਹੀਂ ਕੁਛ ਵੀ ਸਕਦੇ ਹੋ, ਸਭ ਕੁਛ ਪਰਮਾਤਮਾ ਕਰਾ ਰਿਹਾ ਹੈ। ਅਤੇ ਜਿਹੜੇ ਜ਼ਿਆਦਾ ਸੰਸਾਰਿਕ ਸਮਝ ਰੱਖਣ ਵਾਲੇ ਹਨ, ਉਹ ਅਧਿਆਤਮਵਾਦੀਆਂ ਨੂੰ ਪਾਗਲ ਕਹਿੰਦੇ ਹਨ, ਕਿਉਂਕਿ ਉਹਨਾਂ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ ਉਹਨਾਂ ਨੂੰ, ਅਤੇ ਆ ਵੀ ਨਹੀਂ ਸਕਦੀ। ਅਧਿਆਤਮਵਾਦੀਆਂ ਦੀ ਗੱਲ ਜਿਹੜੀ ਹੈ ਨਾ, ਬੌਧਿਕ ਤਲ 'ਤੇ ਅਗਰ ਤੁਸੀਂ ਸਮਝਣਾ ਚਾਹੋ, ਨਹੀਂ ਸਮਝ ਸਕਦੇ। ਹਿਸਾਬੀ ਕਿਤਾਬੀ ਤਾਂ ਸਮਝ ਹੀ ਨਹੀਂ ਸਕਦਾ ਹੈ। ਅਕਸਰ ਮੈਂ ਕਹਿੰਦਾ ਹੁੰਦਾ ਵੀ ਹਿਸਾਬ ਕਿਤਾਬ ਜੇ ਅਗਰ ਤੁਸੀਂ ਲਾਓਗੇ ਨਹੀਂ ਅਧਿਆਤਮ ਮਾਰਗ ਵੱਲ ਨੂੰ ਜਾਣ ਵਾਸਤੇ, ਤਾਂ ਹਿਸਾਬੀ ਕਿਤਾਬੀ ਨਹੀਂ ਸਮਝ ਸਕਦਾ ਗੱਲ, ਕਿਉਂਕਿ ਗੱਲ ਹੀ ਕੁਛ ਐਸੀ ਹੈ ਉਲਝਣ ਭਰੀ, ਤੁਹਾਡੀ ਸਮਝ 'ਚ ਨਹੀਂ ਆਉਂਦੀ। ਇਸੇ ਕਰਕੇ ਬਹੁਤੇ ਪ੍ਰੇਮੀ ਕਹਿ ਵੀ ਦਿੰਦੇ ਹਨ ਵੀ ਸਾਡੀ ਸਮਝ 'ਚ ਨਹੀਂ ਆਉਂਦੀ, ਅਤੇ ਆਪ ਨਹੀਂ ਸਕਦੀ। ਅਗਰ ਤੁਸੀਂ ਗੌਹ ਦੇ ਨਾਲ ਬਾਬੇ ਨਾਨਕ ਦਾ ਵੀ ਕੋਈ ਉਪਦੇਸ਼ ਸਮਝਣਾ ਚਾਹੋ ਨਾ, ਤੁਹਾਡੀ ਸਮਝ ਵਿੱਚ ਨਹੀਂ ਆਵੇਗਾ। ਹਾਂ ਤੂੰ ਵਿਚਾਰ ਲੈਂਦੇ ਹਨ ਲੋਕ, ਵੱਖਰੀ ਗੱਲ ਹੈ, ਗਹਿਰਾਈ 'ਚ ਨਹੀਂ, ਕਿਉਂਕਿ ਗਹਿਰਾਈ 'ਚ ਵਿਪਰੀਤ ਵੀ ਉਪਦੇਸ਼ ਹੈ। ਜਿੱਥੇ ਕਰਨ ਨੂੰ ਵੀ ਕਿਹਾ ਹੈ, ਉੱਥੇ ਇਹ ਵੀ ਕਿਹਾ ਹੈ ਵੀ ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈ। ਤੁਸੀਂ ਕੁਛ ਕਰ ਨਹੀਂ ਸਕਦੇ ਹੋ। ਦੋਵੇਂ ਗੱਲਾਂ ਕਹੀਆਂ ਹਨ। ਜੋ ਪ੍ਰਭ ਭਾਵੇ ਸੋਇ ਕਰਾਵੇ,
ਮੋਹ ਸਿਆਣਪ ਕਛੂ ਨਾ ਆਵੇ। ਤੇ ਬਹੁਤ ਵਾਰ ਐਸੇ ਉਪਦੇਸ਼ ਕਹੇ ਹਨ, ਦਿੱਤੇ ਹਨ ਵੀ ਸਾਡੇ ਹੱਥ ਵਿੱਚ ਕੁਛ ਵੀ ਨਹੀਂ ਹੈ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਤੇ ਬਹੁਤ ਜਗ੍ਹਾ ਐਸਾ ਵੀ ਕਿਹਾ ਹੈ ਵੀ ਤੁਸੀਂ ਕੁਛ ਕਰੋ। ਸਿਮਰਨ ਕਰੋ, ਚਿੰਤਨ ਕਰੋ, ਕਿੰਨੀ ਵਾਰਾਂ ਕਿਹਾ ਹੈ। ਤੇ ਬੁੱਧੀ ਦੇ ਤਲ 'ਤੇ ਅਗਰ ਤੁਸੀਂ ਸਮਝਣਾ ਚਾਹੋ ਤਾਂ ਤੁਹਾਡੀ ਸਮਝ ਵਿੱਚ ਨਹੀਂ ਆਵੇਗਾ। ਤੇ ਸੰਸਾਰ ਦਾ ਹਿਸਾਬ ਕਿਤਾਬ ਜਿਹੜੇ ਲਾਉਂਦੇ ਹਨ, ਉਹਨਾਂ ਨੂੰ ਅਧਿਆਤਮ ਸਮਝ ਵਿੱਚ ਨਹੀਂ ਆਉਂਦਾ ਹੈ। ਭਾਵੇਂ ਬਹੁਤ ਸਾਰੇ ਧਾਰਮਿਕ ਲੋਕ ਉਪਦੇਸ਼ ਪੜ੍ਹਦੇ ਹਨ ਜਾਂ ਪ੍ਰਚਾਰਕ ਪ੍ਰਚਾਰ ਵੀ ਕਰਦੇ ਹਨ, ਉਹ ਵੀ ਉੱਪਰ ਕਰਦੇ ਹਨ, ਗਹਿਰਾਈ ਨਹੀਂ ਕੋਈ ਜਾਂਦਾ ਹੈ। ਕਿਉਂਕਿ ਸਮਝ ਵਿੱਚ ਨਹੀਂ ਆਉਂਦਾ ਹੈ ਗਹਿਰਾਈ 'ਚ ਜਾ ਕੇ ਕਿਸੇ ਨੂੰ। ਕਿਉਂਕਿ ਇਹ ਜੋ ਉਪਦੇਸ਼ ਦੇ ਰਹੇ ਹਨ ਨਾ, ਉਹ ਸਿਰਫ ਸੰਸਾਰ 'ਚੋਂ ਨਿਕਲਣ ਵਾਸਤੇ ਦਿੱਤਾ ਜਾਂਦਾ ਹੈ ਉਪਦੇਸ਼। ਝੂਠ 'ਚੋਂ ਨਿਕਲਣ ਵਾਸਤੇ, ਜਾਂ ਕਹਿ ਲਈਏ ਦਵੈਤ 'ਚੋਂ ਨਿਕਲਣ ਵਾਸਤੇ ਉਪਦੇਸ਼ ਦਿੱਤਾ ਜਾਂਦਾ ਹੈ। ਤੇ ਦੋ ਢੰਗ ਦੇ ਲੋਕ ਹਨ। ਇੱਕ ਲੋਕ ਹਨ ਕਰਮਠ, ਜਿਹੜੇ ਕਰਮ ਕਰਨਾ ਚਾਹੁੰਦੇ ਹਨ, ਸ਼ਰਮ ਕਰਦੇ ਹਨ, ਮਿਹਨਤ ਕਰਦੇ ਹਨ, ਮਿਹਨਤ 'ਤੇ ਵਿਸ਼ਵਾਸ ਕਰਦੇ ਹਨ ਵੀ ਅਸੀਂ ਕੁਛ ਕਰ ਸਕਦੇ ਹਾਂ। ਉਹਨਾਂ ਨੂੰ ਸਾਧਨਾ ਦੱਸੀ ਜਾਂਦੀ ਹੈ, ਧਿਆਨ ਦੱਸਿਆ ਜਾਂਦਾ ਹੈ, ਯੋਗ ਦੱਸਿਆ ਜਾਂਦਾ। ਉਹ ਕਰਦੇ ਹਨ, ਕਰ ਕਰਕੇ ਉੱਥੇ ਪਹੁੰਚਦੇ ਹਨ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਅਖੀਰ ਦੇ ਵਿੱਚ ਜਾ ਕੇ ਵੀ ਕਰ ਕਰਕੇ ਨਹੀਂ। ਪਰ ਉਹ ਪਹਿਲਾਂ ਨਹੀਂ ਪਤਾ ਲੱਗਦਾ ਹੈ, ਅਖੀਰ 'ਚ ਜਾ ਕੇ ਪਤਾ ਲੱਗਦਾ ਹੈ। ਵੀ ਕਰ ਕਰਕੇ ਅਸੀਂ ਆਪਣੀ ਮਿਹਨਤ ਨਾਲ, ਆਪਣੀ ਸ਼ਰਮ ਦੇ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦੇ। ਫਿਰ ਤਾਂ ਪਰਮਾਤਮਾ ਛੋਟਾ ਹੋ ਗਿਆ ਨਾ, ਤੁਹਾਡੀ ਮਿਹਨਤ ਨਾਲ ਮਿਲ ਗਈ, ਤੁਹਾਡੇ ਹੱਥ ਵਿੱਚ ਆ ਗਿਆ। ਨਹੀਂ, ਉਹ ਤੁਹਾਡੇ ਹੱਥ ਵਿੱਚ ਨਹੀਂ ਆਉਣ ਵਾਲਾ ਹੈ, ਉਹਦੇ ਹੱਥ ਵਿੱਚ ਤੁਸੀਂ ਜਾਣਾ ਹੈ। ਇਸ ਕਰਕੇ ਮਿਹਨਤ ਨਾ, ਸ਼ਰਮ ਨਾ, ਘਾਲਣਾ ਨਾ ਨਹੀਂ। ਤੇ ਘਾਲਣਾ ਲਾਸਟ ਦੇ ਵਿੱਚ ਫਿਰ ਛੁੱਟਦੀ ਹੈ ਉਹਨਾਂ ਦੀ ਵੀ, ਜਿਹੜੇ ਗਿਆਨ ਦੇ ਮਾਰਗ 'ਤੇ, ਧਿਆਨ ਯੋਗ ਦੇ ਮਾਰਗ 'ਤੇ ਜਾਂਦੇ। ਤੇ ਜਿਹੜੇ ਪ੍ਰੇਮ ਦੇ, ਸ਼ਰਧਾ ਦੇ, ਭਾਵਨਾ ਦੇ, ਭਗਤੀ ਦੇ ਮਾਰਗ 'ਤੇ ਜਾਣ ਵਾਲੇ ਹਨ, ਤੇ ਉਹਨਾਂ ਨੂੰ ਪਹਿਲੇ ਕਦਮ ਵਿੱਚ ਹੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਛੱਡਦੇ ਜਾਓ, ਪਿੱਛੇ ਹਟਦੇ ਜਾਓ। ਕਰਮ ਕਰੋ, ਕਿਉਂਕਿ ਕਰਮ ਤੇ ਕਰਨਾ ਜਿੰਨਾ ਚਿਰ ਸਰੀਰ ਹੈ, ਕਰਮ ਚੱਲੇਗਾ। ਪਰ ਕਰਤਾ ਨਾ ਬਣੋ। ਕਰਤਾਪਨ ਜਿਹੜਾ ਹੈ ਨਾ, ਉਹਨੂੰ ਸਮਰਪਿਤ ਕਰਨਾ ਹੈ ਗੁਰੂ ਨੂੰ। ਸਮਰਪਣ ਦਾ ਭਾਵ ਇਹ ਹੁੰਦਾ ਹੈ, ਕਰਤਾਪਨ ਨੂੰ ਸਮਰਪਿਤ ਕਰਨਾ ਹੈ ਗੁਰੂ ਨੂੰ। ਤੇ ਗੁਰੂ ਨੂੰ ਤੁਸੀਂ ਸਮਰਪਿਤ ਕਰਦੇ ਰਹੋਗੇ ਕਰਤਾਪਨ, ਤੇ ਕਰਤਾਪਨ ਬਣੇਗਾ ਨਹੀਂ ਤੁਹਾਡਾ। ਤੁਸੀਂ ਜਾਣੋਗੇ ਵੀ ਅਸੀਂ ਨਹੀਂ ਕਰ ਰਹੇ। ਹੌਲੀ ਹੌਲੀ ਕਰਤਾਪਨ ਡਿੱਗਦਾ ਜਾਵੇਗਾ। ਜਦੋਂ ਕਰਤਾਪਨ ਬਿਲਕੁਲ ਹੀ ਡਿੱਗ ਪਿਆ, ਫਿਰ ਤੁਸੀਂ ਰਹੇ ਹੀ ਨਹੀਂ। ਫਿਰ ਤੁਸੀਂ ਜਾਣੋਗੇ ਕਿ ਇੱਥੇ ਕਰਨ ਵਾਲਾ ਨਾ ਗੁਰੂ ਹੈ, ਨਾ ਮੈਂ ਹਾਂ। ਇੱਥੇ ਇੱਕੋ ਹੀ ਹੈ ਕਰਨ ਵਾਲਾ, ਮੇਰੇ ਵਿੱਚ ਵੀ ਅਤੇ ਗੁਰੂ ਵਿੱਚ ਵੀ, ਸਾਰਿਆਂ ਵਿੱਚ ਹੀ ਇੱਕ ਕਰਨ ਵਾਲਾ ਹੈ। ਕਿਉਂਕਿ ਇੱਥੇ ਦਵੈਤ ਨਹੀਂ ਹੈ। ਇੱਥੇ ਮੇਰੇ ਹੱਥ ਵਿੱਚ ਕੁਝ ਹੈ ਐਸਾ ਨਹੀਂ ਹੈ। ਹੱਥ ਵੀ ਪਰਮਾਤਮਾ ਵਿੱਚ ਹੈ, ਮੈਂ ਵੀ ਪਰਮਾਤਮਾ ਵਿੱਚ ਹਾਂ, ਸਭ ਕੁਛ ਹੀ ਪਰਮਾਤਮਾ ਵਿੱਚ ਹੈ। ਤੇ ਦੋ ਹੋਣ ਤਾਂ ਤੇ ਆਪਾਂ ਕਹਿ ਸਕਦੇ ਹਾਂ ਮੇਰੇ ਹੱਥ ਵਿੱਚ ਹੈ ਕੁਝ, ਜਾਂ ਨਹੀਂ ਹੈ। ਜਿਹੜਾ ਜਾਣਦਾ ਹੈ ਇੱਕੋ ਹੀ ਹੈ, ਤੇ ਉਹ ਦੋਵੇਂ ਗੱਲਾਂ ਨਹੀਂ ਨਾ ਕਹਿ ਸਕਦਾ, ਹੈ ਜਾਂ ਨਹੀਂ ਹੈ। ਉਹ ਤੇ ਜਾਣਦਾ ਹੈ, ਪਰ ਜਿਹੜਾ ਦਵੈਤ ਵਿੱਚ ਖੜਾ ਹੈ
ਉਹਨੂੰ ਕੱਢਣ ਵਾਸਤੇ ਇਹ ਦੋਵੇਂ ਗੱਲਾਂ ਹੀ ਕਹੀਆਂ ਜਾਂਦੀਆਂ ਹਨ, ਕਿਉਂਕਿ ਦੋ ਹੀ ਮਾਰਗ ਹਨ ਮੁੱਖ ਤੌਰ 'ਤੇ, ਇੱਕ ਸ਼ਰਮ ਦਾ, ਘਾਲਣਾ ਦਾ, ਇੱਕ ਸਮਰਪਣ ਦਾ। ਅਤੇ ਜਿਹੜੇ ਸਮਰਪਣ ਦੇ ਮਾਰਗ 'ਤੇ ਜਾ ਸਕਦੇ ਹਨ ਉਹਨਾਂ ਨੂੰ ਇਹੋ ਹੀ ਕਿਹਾ ਜਾਂਦਾ ਹੈ ਵੀ ਤੁਸੀਂ ਕਰਤਾਪਨ ਦਾ ਤਿਆਗ ਕਰਨਾ ਹੈ ਅਤੇ ਸਹਾਰਾ ਲੈ ਲੈਣਾ ਹੈ। ਅਤੇ ਸਹਾਰਾ ਜਿਹੜਾ ਹੈ, ਸਹਾਰੇ ਕਰਤਾਪਨ ਛੱਡਣਾ ਹੈ। ਹੁਣ ਕੋਈ ਪਰਮਾਤਮਾ ਦੇ ਸਹਾਰੇ ਵੀ ਕਰਤਾਪਨ ਛੱਡ ਸਕਦਾ ਹੈ, ਪਰ ਉਹ ਥੋੜ੍ਹਾ ਜਿਹਾ ਕਠਿਨ ਹੋਵੇਗਾ ਕਰਤਾਪਨ ਛੱਡਣਾ। ਕੋਈ ਮੂਰਤੀ ਦੇ ਸਹਾਰੇ ਵੀ ਛੱਡ ਸਕਦਾ ਹੈ, ਪਰ ਉਹ ਵੀ ਜ਼ਿਆਦਾ ਕਠਿਨ ਹੋਵੇਗਾ, ਕਿਉਂਕਿ ਉਹ ਜੜ ਹੈ, ਉਹਦੇ ਸਹਾਰੇ ਕਿਵੇਂ ਛੱਡੋਗੇ। ਅਤੇ ਜਿਹੜੇ ਜਾ ਚੁੱਕੇ ਹਨ ਸਤਿਗੁਰੂ, ਉਹਨਾਂ ਦੇ ਸਹਾਰੇ ਕਰਤਾਪਨ ਛੱਡਣਾ ਹੋਰ ਵੀ ਜ਼ਿਆਦਾ ਕਠਿਨ ਹੁੰਦਾ ਹੈ, ਪਰ ਜਿਹੜਾ ਸਾਹਮਣੇ ਮੌਜੂਦ ਹੋਵੇ ਉਹਦੇ ਸਹਾਰੇ ਕਰਤਾਪਨ ਛੱਡਣਾ ਬਹੁਤ ਹੀ ਸੁਖਾਲਾ ਹੁੰਦਾ ਹੈ। ਅਤੇ ਜੇ ਕਰਤਾਪਨ ਛੁੱਟ ਗਿਆ ਵੀ ਮੈਂ ਕੁਝ ਵੀ ਨਹੀਂ ਕਰ ਰਿਹਾ ਹਾਂ, ਸਭ ਕੁਛ ਗੁਰ ਕਿਰਪਾ ਦੁਆਰਾ ਹੋ ਰਿਹਾ ਹੈ, ਉਹਦਾ ਕਰਤਾਪਨ ਛੁੱਟ ਜਾਂਦਾ ਹੈ। ਤੁਹਾਨੂੰ ਪਤਾ ਲੱਗ ਜਾਂਦਾ ਹੈ ਸਭ ਇੱਕ ਹੀ ਹੈ, ਏਕੋ ਏਕ ਏਕ ਸਭ ਆਪ।